ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਰਾਜਾਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਤੁਸੀਂ ਸਾਨੂੰ ਨਾ ਤਾਂ ਕਦੇ ਛੱਡਦੇ ਹੋ, ਨਾ ਕਦੇ ਤਿਆਗਦੇ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦੇ ਔਰ ਆਪਣੀ ਭਲਾਈ ਸਾਡੇ ਉੱਤੇ ਪ੍ਰਗਟ ਕਰਦੇ ਹੋ। ਉਸ ਦੇ ਲਈ ਅਸੀਂ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ। ਅੱਜ ਦੇ ਵਚਨ ਨੂੰ ਸਾਨੂੰ ਪਰਮੇਸ਼ਰਤਾ ਸਿੱਖਣ ਦੇ ਲਈ, ਸਮਝਣ ਦੇ ਲਈ ਸਾਡੀ ਮਦਦ ਕਰ ਔਰ ਜੋ ਵੀ ਅਸੀਂ ਤੇਰੇ ਵਚਨ ਦੇ ਵਿੱਚੋਂ ਸਿੱਖੀਏ ਉਹ ਤੇਰੇ ਸਵਰਗ ਰਾਜ ਦੇ ਵਿੱਚ ਸਾਡੇ ਵਿੱਚ ਪਰਮੇਸ਼ਰਤਾ ਤੇਰੀ ਆਮਦ ਤੱਕ ਵਫਾਦਾਰ ਹੋਵੇ। ਅਜਿਹਾ ਹੋਣ ਦੇ ਲਈ ਮਦਦ ਕਰ। ਇੱਕ ਇੱਕ ਪਲ ਦੇ ਲਈ ਇਸ ਵਚਨ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਸੁਣਨ ਵਾਲੇ ਅਤੇ ਬੋਲਣ ਵਾਲੇ ਦੇ ਉੱਤੇ ਤੇਰੀ ਤੌਫੀਕ ਚਾਹੁੰਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ। ਪਿਆਰਿਆਂ ਜੀ, ਅਸੀਂ ਇਸ ਸਮੇਂ ਵਰਤਮਾਨ ਦੇ ਵਿੱਚ ਅਜਿਹੇ ਸੰਸਾਰ ਦੇ ਵਿੱਚ ਹਾਂ ਜਿਹੜਾ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਨਹੀਂ ਜਾਣਦਾ। ਪਰ ਅਸੀਂ ਜੋ ਇਸ ਸੰਸਾਰ ਦੇ ਵਿੱਚ ਰਹਿੰਦੇ ਹਾਂ, ਸਾਡਾ ਇਸ ਸੰਸਾਰ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਹ ਮੈਨੂੰ ਅਤੇ ਆਪ ਨੂੰ ਪਤਾ ਹੋਣਾ ਚਾਹੀਦਾ ਹੈ। ਬਾਈਬਲ ਇਸ ਦੇ ਬਾਰੇ ਕੀ ਕਹਿੰਦੀ ਹੈ, ਅਸੀਂ ਉਸ ਦੇ ਬਾਰੇ ਇਸ ਦੇ ਵਿੱਚੋਂ ਵੇਖਾਂਗੇ। ਮੈਂ ਅੱਜ ਦਾ ਜੋ ਪੈਸੇਜ ਲਿਆ ਹੈ ਇਸ ਵਰਤਮਾਨ ਯੁੱਗ ਦੇ ਸਮੇਂ ਦੇ ਵਿੱਚ, ਉਹ ਲਿਆ ਹੈ ਦੂਸਰਾ ਕਰੰਥੀਆਂ 6 ਅਧਿਆਏ 14 ਤੋਂ 16 ਆਇਤ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ 14 ਤੋਂ 16 ਆਇਤਾਂ ਤੱਕ। ਤੁਸੀਂ ਬੇਪਰਤੀਤਿਆਂ ਨਾਲ ਅਣਸਮੇਂ ਨਾ ਜਿੱਤੋ, ਕਿਉਂਕਿ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ, ਜਾਂ ਚਾਨਣ ਅਤੇ ਹਨੇਰੇ ਦਾ ਕੀ ਮੇਲ ਹੈ, ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮਿਲਾਪ ਹੈ, ਅਥਵਾ ਪ੍ਰਤੀਤਵਾਨ ਦਾ ਬੇਪਰਤੀਤੇ ਨਾਲ ਕੀ ਹਿੱਸਾ ਹੈ, ਅਤੇ ਪਰਮੇਸ਼ਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ। ਅਸੀਂ ਤਾਂ ਅਕਾਲ ਪੁਰਖ ਦੀ ਹੈਕਲ ਹਾਂ। ਜਿਵੇਂ ਪਰਮੇਸ਼ਰ ਨੇ ਵਚਨ ਕੀਤਾ, ਮੈਂ ਉਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਪਿਆਰੇ ਅਜ਼ੀਜ਼, ਇਹ ਜੋ ਵਚਨ ਲਿਆ ਹੈ, ਇਸ ਵਚਨ ਦੇ ਵਿੱਚ ਵਿਸ਼ਵਾਸੀ ਦਾ ਅਵਿਸ਼ਵਾਸੀ ਦੇ ਨਾਲ ਅਲਗਾਵ ਅਸੀਂ ਪੜ੍ਹਦੇ ਹਾਂ। ਰਹਿਣਾ ਸੰਸਾਰ ਦੇ ਵਿੱਚ ਹੀ ਹੈ, ਜੀਣਾ ਸੰਸਾਰ ਦੇ ਵਿੱਚ ਹੀ ਹੈ, ਲੇਕਿਨ ਇੱਕ ਵਿਸ਼ਵਾਸੀ ਕਿਸ ਤਰ੍ਹਾਂ ਪਰਮੇਸ਼ਰ ਦੇ ਵਿੱਚ ਪਵਿੱਤਰ ਜੀਵਨ ਬਤੀਤ ਕਰ ਸਕਦਾ ਹੈ, ਅਸੀਂ ਇਸ ਵਚਨ ਵਿੱਚ ਵੇਖਦੇ। ਵਿਸ਼ਵਾਸੀ ਹੋਣ ਦੇ ਨਾਤੇ ਸਾਨੂੰ ਅਲੱਗਤਾਈ ਦਾ ਜੀਵਨ ਜਿਉਣਾ ਚਾਹੀਦਾ ਹੈ। ਇੱਕ ਅਜਿਹਾ ਜੀਵਨ ਜਿਉਣਾ ਚਾਹੀਦਾ ਹੈ ਜਿਸ ਨੂੰ ਦੇਖ ਕੇ ਲੋਕ ਸਾਡੇ ਜੀਵਨ ਦੇ ਵਿੱਚ ਸਾਡੇ ਪਰਮੇਸ਼ਰ ਦੀ ਅਤੇ ਸਾਡੇ ਪ੍ਰਭੂ ਦੀ ਵਡਿਆਈ ਕਰ ਸਕਣ। ਅਸੀਂ ਸੰਸਾਰ ਦੀ ਨਕਲ ਨਹੀਂ ਕਰ ਸਕਦੇ ਹਾਂ ਅਤੇ ਅਵਿਸ਼ਵਾਸੀਆਂ ਦੇ ਨਾਲ ਅਣਸਮੇਂ ਨਹੀਂ ਜਿੱਤ ਸਕਦੇ। ਕਿਉਂਕਿ ਸੰਸਾਰ ਪਾਪ ਦੇ ਨਾਲ ਭਰਿਆ ਹੋਇਆ ਹੈ ਅਤੇ ਵਿਸ਼ਵਾਸੀ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਚੁਣਿਆ ਹੋਇਆ ਹੈ ਤੇ ਉਹ ਪ੍ਰਭੂ ਦੇ ਕੋਲ ਆਪਣੇ ਪਾਪ ਦਾ ਇਕਰਾਰ ਕਰਕੇ ਨਵਾਂ ਜਨਮ ਪਾ ਕੇ ਉਹ ਪ੍ਰਭੂ ਦੀ ਸੰਤਾਨ ਬਣ ਚੁੱਕਾ ਹੈ। ਹੁਣ ਪਾਪ ਦਾ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਕੋਈ ਕੰਮ ਨਹੀਂ, ਪਵਿੱਤਰਤਾ ਦਾ ਅਪਵਿੱਤਰਤਾ ਦੇ ਨਾਲ ਕੋਈ ਮੇਲ ਨਹੀਂ। ਬਾਈਬਲ ਇਹ ਸਾਫ਼ ਰੀਤੀ ਨਾਲ ਇੱਥੇ ਕੁਰੰਥ ਦੀ ਕਲੀਸਿਆ ਦੇ ਵਿੱਚ ਪੌਲਸ ਰਸੂਲ ਦੇ ਰਾਹੀਂ ਇਹ ਸੰਦੇਸ਼ ਮਿਲਦਾ ਹੈ। ਸੰਸਾਰ ਦੇ ਜੋ ਮਿੱਤਰ ਹਨ ਅਤੇ ਸੰਸਾਰ ਦੇ ਗੁਆਂਢੀ ਅਤੇ ਸਾਕ ਸੰਬੰਧੀਆਂ ਦੀਆਂ ਆਦਤਾਂ ਤੋਂ ਅਸ਼ੁੱਧ ਨਾ ਹੁੰਦੇ ਹੋਏ ਆਪਣੇ ਆਪ ਨੂੰ ਅਲੱਗ ਰੱਖਣਾ ਹੈ। ਮੇਰੇ ਦੋਸਤ ਹੈ, ਮੇਰੇ ਗੁਆਂਢੀ ਹੈ, ਮੇਰਾ ਸਮਾਜ ਹੈ, ਮੇਰੇ ਰਿਸ਼ਤੇਦਾਰ ਹੈ। ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਉਹਨਾਂ ਤੋਂ ਬਚਾ ਕੇ ਰੱਖਣਾ ਹੈ, ਇਹ ਬਾਈਬਲ ਸਿਖਾਉਂਦੀ ਹੈ। ਬਾਈਬਲ ਦੇ ਵਿੱਚ ਲਿਖਿਆ ਹੈ, ਮੂਰਤੀਆਂ ਦਾ ਪਰਮੇਸ਼ਵਰ ਦੇ ਨਾਲ ਕੀ ਵਾਸਤਾ। ਮੂਰਤਾਂ ਦਾ ਪਰਮੇਸ਼ਵਰ ਦੇ ਨਾਲ ਕੀ ਵਾਸਤਾ। ਕੀ ਅਸੀਂ ਮੂਰਤਾਂ ਦੇ ਨਾਲ ਆਪਣੇ ਪਰਮੇਸ਼ਵਰ ਨੂੰ ਜੋੜ ਸਕਦੇ? ਮੂਰਤ ਨੂੰ ਤਾਂ ਇਨਸਾਨ ਚੁੱਕਦਾ ਹੈ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੱਖਦਾ ਹੈ,
लेकिन परमेश्वर वो है जो मैनू अते आप नू जीवन दिंदा है अते सानू बोलण दी समर्थ दिंदा है, सुणन दी शक्ति दिंदा है, देखण दी साडी दूर दृष्टि नू अपना साडे जीवन दे विच दिंदा है, सुंघण दे लई एक अच्छी सानू तबीयत खुशबू दिंदा है। ये परमेश्वर दे कारज, जिंदा परमेश्वर दे, ये मुर्दा परमेश्वर दे कारज नहीं। इसलिए असी खास लोग स्वर्गीय लोग हाँ अते संसार दे लोग नहीं हाँ। लोग जद साडे घर विच आउण तां उन्हां नूं ये पता लगना चाहिदा है असी परमेश्वर दे लोग हाँ अते ये घर परमेश्वर दा है। इस विच कोई भी अजिही गल नहीं हुंदी है जिस दे नाल कि मैनू मेरे जीवन नूं वेख के दूसरे लोगों दे विच ठोकर दा एक कारण होवे। अजिहा नहीं होना चाहिए। वो आले दुआले वेखदे हन अते पहली नज़र विच ही जान लैंदे हन ये लोग धर्मी हन, ये लोग परमेश्वर दे पिछे चलण वाले हन, ये लोग परमेश्वर दी महिमा करन वाले हन जां नहीं। बाइबल दे विच मैं पिछले दिनां दे विच भी दस रहा सी, एक विश्वासी चलदी फिरदी पत्री है। लोग जदों उन्हां नूं पढ़दे हन तां उन्हां दे जीवन बच जांदे हन अते वो अमरता दे विच आ जांदे हन। पर जे विश्वासी संसार दे नाल रलिया होया है, संसार दे मित्रां दे नाल उड़दा बैठदा है, संसार दे मित्रां दे नाल अपनी गलबात करदा है, तां वो परमेश्वर दा नहीं है। ਇਹਦਾ मतलब ये नहीं है कि सानू संसार दे विच रहना नहीं, रहना है, पर संसार जिहे काम नहीं करने हैं, संसार दीयां गल्लां नहीं करनियां। जे संसार अपना खांदा पींदा है तो सानू खाना पीना नहीं है। साडा खाना पीना शुद्धता दा है, साडा देखना शुद्धता दा है, साडा चलना शुद्धता दा है। पर असी वस्त्र तो उस वस्त्र तो घिण करिए जो संसार दे द्वारा भ्रिष्ट हो गया है। अजकल दे अगर तुसी वस्त्रां नूं वेखो, वो आदर अते सादगी दे वस्त्र नहीं हन। अजकल अजिहे वस्त्र आ चुके हैं जिन्हां नूं वेख के सानू नफरत आउंदी है ते मेरे परमेश्वर नूं नफरत आउंदी है। साडे वस्त्र अजिहे होने चाहिए है जिस दे विच काम वासना जागृत नहीं होनी चाहिए, बल्कि उस दे विच साडे विच परमेश्वर दी सादगी नज़र आनी चाहिए है अते सादगी दे नाल पवित्रता नज़र आनी चाहिए, पवित्रता दे नाल प्रेम नज़र आना चाहिए, प्रेम दे विच परमेश्वर दी सच्चाई मेरे चेहरे तो चमकदी होनी चाहिए है। जे अजिहा साडे कोल वस्त्र नहीं है, अजिहा आदर दा साडे कोल वस्त्र अते शास्त्र नहीं है, तो असी परमेश्वर की वडियाई नहीं कर सकते। सानू भी लोग फिर संसार की तरह गिणदे, ये भी तो साडे वर्गे लोग हैं। यहूदा की पत्री दे विच वस्त्रां दी एक बड़ी खास गल दसी गई है। मैं आप दे लई पढ़ रहा हाँ, प्रकाश की पोथी दे नाल ही यहूदा की पत्री है, उसका इको ही अध्याय है और उस अध्याय दे विचों पहला मैं 8 आयत नूं पढ़ांगा। इत्थे लिखिया है, तां भी इसे तरह ये भी अपने सपनिਆਂ विच शरीर नूं भ्रिष्ट करदे अते हकूमतां नूं तुच्छ जाणदे अते प्रताप वालियां दी निंदा करदे हन। 12 मैं आप दे नाल पढ़ रहा इसे दे विच, ये ਉਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ ਪੀਂਦੇ ਹੋਏ ਆਪਣੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ। ਇਹ ਆਪਣੇ ਹੀ ਢਿੱਡ ਭਰਦੇ ਹਨ, ਇਹ ਪੌਣਾ ਦੇ ਉਡਾਏ ਹੋਏ ਸੁੱਕੇ ਬੱਦਲ ਹਨ, ਇਹ ਪੱਤ ਝੜ ਰੁੱਤ ਦੇ ਵ੍ਰਿਕਸ਼ ਹਨ ਜੋ ਅਸਫਲ 2 ਵਾਰੀ ਮੋਏ ਅਤੇ ਜੜੋਂ ਪੁੱਟੇ ਹੋਏ ਹਨ। ਇਸ ਦੇ ਨਾਲ 20, 21 ਅਤੇ 23 ਵੀ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 20, 21, 23 ਇੱਥੇ ਲਿਖਿਆ, ਪਰ ਤੁਸੀਂ हे ਪਿਆਰਿਓ ਆਪਣੇ ਆਪ ਨੂੰ अपनी अत पवित्र निचा उत्ते उसारी जाओ, पवित्र आत्मा विच प्रार्थना करते हुए परमेश्वर दे प्रेम विच अपने आप नूं कायम रखो,
ਅਤੇ ਸਦੀਪਕ ਜਿਉਣ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਦੀ ਉਡੀਕ ਕਰਦੇ ਰਹੋ। 23 ਦੇ ਵਿੱਚ ਲਿਖਿਆ, ਅਤੇ ਕੰਨਿਆ ਨੂੰ ਅੱਗ ਵਿੱਚੋਂ ਧੂ ਕੇ ਬਚਾਓ ਅਤੇ ਉਸ ਵਸਤਰ ਤੋਂ ਵੀ ਜਿਸ ਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਇਆ, ਸੂਖ ਕਰਦੇ ਹੋਏ ਕੰਨਿਆ ਉੱਤੇ ਭੈ ਨਾਲ ਦਇਆ ਕਰੋ। ਇਹ ਵਸਤਰ ਮੇਰੀ ਪਛਾਣ ਦੱਸ ਦਿੰਦੇ ਆ ਕਿ ਮੈਂ ਪਰਮੇਸ਼ਵਰ ਦੇ ਨਾਲ ਸਾਦਗੀ ਦੇ ਵਿੱਚ ਹਾਂ ਜਾਂ ਨਹੀਂ। ਪਹਿਲੇ ਸਮੇਂ ਦੇ ਵਿੱਚ ਵੀ ਫੈਸ਼ਨ ਸੀ, ਪਹਿਲੇ ਸਮੇਂ ਦੇ ਵਿੱਚ ਵੀ ਫੈਸ਼ਨ ਚੱਲਦਾ ਸੀ, ਔਰ ਅੱਜ ਦੇ ਸਮੇਂ ਦੇ ਵਿੱਚ ਉਸ ਫੈਸ਼ਨ ਦੇ ਵਿੱਚ ਸਾਡੇ ਵਸਤਰ ਇੰਨੇ ਥੋੜੇ ਹੋ ਚੁੱਕੇ ਨੇ ਜਿਹਦੇ ਵਿੱਚ ਪਰਮੇਸ਼ਰ ਦੀ ਪ੍ਰਸ਼ੰਸਾ ਨਹੀਂ, ਬੁਰਾਈ ਨਜ਼ਰ ਆਉਂਦੀ ਹੈ। ਅਤੇ ਅਸੀਂ ਆਪਣੇ ਆਪ ਦੇ ਵਿੱਚ ਉਸ ਬੁਰਾਈ ਦੇ ਲਈ ਆਪਣੇ ਜੀਵਨ ਨੂੰ ਆਕਰਸ਼ਿਤ ਕਰ ਰਹੇ ਹਾਂ। ਆ ਅਤੇ ਮੈਨੂੰ ਖਾ। ਜਿਸ ਤਰ੍ਹਾਂ ਕੀ ਕਹਿੰਦੇ ਆ, ਪੋਤੀਪਰ ਦੀ ਪਤਨੀ ਨੇ ਕੀਤਾ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਾਡੇ ਜੀਵਨ ਦੇ ਵਿੱਚ ਸਾਡੇ ਵਸਤਰਾਂ ਦੀ ਪਵਿੱਤਰਤਾ ਨਜ਼ਰ ਆਉਣੀਆਂ ਚਾਹੀਦੀਆਂ। ਸਾਡੀਆਂ ਆਦਤਾਂ ਵਿੱਚ, ਸਾਡੇ ਵਿਸਤਰਾਂ ਵਿੱਚ ਅਤੇ ਰੀਤੀ ਰਿਵਾਜਾਂ ਅਤੇ ਵਿਵਹਾਰ ਅਤੇ ਗੱਲਬਾਤ ਵਿੱਚ ਸਾਨੂੰ ਅਲੱਗ ਰਹਿਣਾ ਚਾਹੀਦਾ ਹੈ। ਅਤੇ ਸਾਡਾ ਵਰਤਮਾਨ ਪਹਿਰਾਵਾ, ਰੁਚੀ ਅਤੇ ਸੰਗੀਤ ਅਤੇ ਕਿਸੇ ਵੀ ਤਰ੍ਹਾਂ ਦੇ ਰਸ ਦੁਆਰਾ ਸਾਨੂੰ ਵਿਖਾਉਣਾ ਪਏਗਾ ਕਿ ਜਿਸ ਦੇ ਨਾਲ ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ। ਇਹ ਦਿਖਾਣਾ ਪਏਗਾ। ਮੈਂ ਕਈ ਲੋਕਾਂ ਨੂੰ ਆਪਣਾ ਕੀ ਦੇਖਦਾ, ਵਿਸ਼ਵਾਸੀ ਭੈਣ ਭਰਾਵਾਂ ਨੂੰ, ਜਦੋਂ ਆਪਣਾ ਕੋਈ ਗੱਲ ਨਹੀਂ ਹੁੰਦੀ, ਕੋਈ ਕੋਲ ਨਹੀਂ ਹੁੰਦਾ ਹੈ, ਤਾਂ ਉਹ ਕੀ ਕਰਦੇ ਆ, ਆਪਣੇ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਇਹੋ ਜਿਹੇ ਗਾਣੇ ਸੁਣਦੇ ਆ ਜਿਹੜੇ ਸੁਣਨ ਦੇ ਵੀ ਯੋਗ ਨਹੀਂ। ਅਜਿਹੀਆਂ ਮੂਵੀਆਂ ਦੇਖਦੇ ਆ ਜਿਹੜੀਆਂ ਦੇਖਣ ਦੇ ਯੋਗ ਨਹੀਂ। ਇਹ ਚੰਗੀ ਗੱਲ ਨਹੀਂ ਹੈ। ਅਸੀਂ ਫੋਨ ਦੇ ਵਿੱਚ, ਸਾਨੂੰ ਪਰਮੇਸ਼ਵਰ ਨੇ ਦਿੱਤਾ ਹੈ ਫੋਨ, ਕਾਹਦੇ ਲਈ ਦਿੱਤਾ ਹੈ ਕਿ ਅਸੀਂ ਉਸ ਦੇ ਨਾਲ ਭਲਾਈ ਦਾ ਕੰਮ ਕਰੀਏ। ਉਹ ਕਾਹਦੇ ਲਈ ਦਿੱਤਾ ਹੈ? ਇਸ ਲਈ ਦਿੱਤਾ ਹੈ ਕਿ ਅਗਰ ਮੇਰੇ ਕੋਲ ਕੋਈ ਸਾਧਨ ਨਹੀਂ ਹੈ ਤਾਂ ਮੈਂ ਉਸ ਸਾਧਨ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰ ਸਕਾਂ। ਫੋਨ ਇੱਕ ਬਿਜ਼ਨਸਮੈਨ ਦੀ ਆਪਣਾ ਲੋੜ ਹੈ, ਜਿਸ ਨੂੰ ਆਪਣੇ ਜੀਵਨ ਦੇ ਵਿੱਚ ਬਿਜ਼ਨਸ ਕਰਨ ਦੀ ਜ਼ਰੂਰਤ ਹੈ। ਲੇਕਿਨ ਅਸੀਂ ਅੱਜ ਦੇ ਸਮੇਂ ਦੇ ਵਿੱਚ ਇਸ ਫੋਨ ਨੂੰ ਆਪਣੇ ਜੀਵਨ ਦੇ ਵਿੱਚ ਗਲਤ ਤਰੀਕਿਆਂ ਦੇ ਨਾਲ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਵਿਸ਼ਵਾਸੀ ਕਰ ਰਹੇ ਆ, ਉਹ ਇਸ ਦੇ ਵਿੱਚ ਅਲਗਾਵ ਦੇ ਵਿੱਚ ਨਹੀਂ ਹੈ। ਉਹਨਾਂ ਦੇ ਫੋਨਾਂ ਦੇ ਵਿੱਚ ਦੇਖੋ, ਜਦੋਂ ਮੈਂ ਉਹਨਾਂ ਨੂੰ ਆਪਣਾ ਕਹਿੰਦਾ ਆਪਣਾ ਫੋਨ ਦਿਓ, ਨਹੀਂ ਭਾਜੀ ਉਹਦਾ ਲੈ ਲਓ, ਇਹਦਾ ਲੈ ਲਓ, ਇਹਦਾ ਕਰ ਲਓ। ਕਾਰਨ ਕੀ ਹੈ? ਕਿ ਉਹਦੇ ਵਿੱਚ ਕਿਤੇ ਮੇਰੀ ਬੁਰਾਈ ਨਜ਼ਰ ਨਾ ਆ ਜਾਏ, ਮੈਨੂੰ ਨਜ਼ਰ ਨਾ ਆ ਜਾਏ, ਪਰ ਪਰਮੇਸ਼ਰ ਨੂੰ ਤਾਂ ਨਜ਼ਰ ਆ ਰਹੀ ਹੈ ਮੈਂ ਕਰ ਕੀ ਰਿਹਾ। ਪਰਮੇਸ਼ਰ ਦੀ ਟਾਰਚ ਮੇਰੇ ਜੀਵਨ ਦੇ ਵਿੱਚ ਆਨ ਹੈ। ਅਸੀਂ ਪਰਮੇਸ਼ਰ ਤੋਂ ਕੁਝ ਲੁਕਾ ਨਹੀਂ ਸਕਦੇ ਹਾਂ, ਪਰਮੇਸ਼ਰ ਤੋਂ ਕੁਝ ਛੁਪਾ ਨਹੀਂ ਸਕਦੇ ਹਾਂ, ਕਿਉਂਕਿ ਪਰਮੇਸ਼ਰ ਦੀ ਨਿਗਾਹ ਧਰਮੀਆਂ ਉੱਤੇ ਲੱਗੀ ਰਹਿੰਦੀ ਹੈ। ਅਸੀਂ ਪਰਮੇਸ਼ਰ ਦੇ ਲਹੂ ਨਾਲ ਧਰਮੀ ਹੋਏ, ਤੇ ਉਹ ਧਰਮੀ ਦੇ ਲਈ ਹਰ ਇੱਕ ਗੱਲ ਦੇ ਲਈ ਉਸ ਨੂੰ ਜੀਣ ਦਾ ਬਲ ਦਿੰਦਾ ਹੈ। ਪਰਮੇਸ਼ਰ ਉਸ ਦੀ ਹਰ ਇੱਕ ਨੀਡ ਨੂੰ ਪੂਰਾ ਕਰਦਾ ਹੈ, ਜਿਹੜਾ ਪਰਮੇਸ਼ਰ ਵਿੱਚ ਧਰਮੀ ਬਣ ਜਾਂਦਾ ਹੈ। ਮੈਂ ਆਪ ਨੂੰ ਇੱਕ ਕਿੱਸਾ ਦੱਸਾਂਗਾ ਬਿਲਾਮ ਦੇ ਬਾਰੇ। ਗਿਣਤੀ ਦੀ ਪੁਸਤਕ 31 ਦਾ 16 ਅਤੇ 25 ਦਾ 1 ਵਿੱਚ ਬਿਲਾਮ ਨੇ ਗਲਤ ਸਲਾਹ ਦਿੱਤੀ ਅਤੇ ਬਹੁਤ ਚਲਾਕੀ ਦੇ ਨਾਲ ਉਸ ਨੇ ਇਸਰਾਈਲੀਆਂ ਨੂੰ ਰਲੇ ਮਿਲੇ ਵਿਆਹ ਦੇ ਲਈ ਬਹਿਕਾਇਆ। ਰਲੇ ਮਿਲੇ ਵਿਆਹ ਦੇ ਲਈ ਕਈ ਵਿਸ਼ਵਾਸੀ ਕਹਿੰਦੇ ਆ, ਮੈਂ ਫਲਾਨੀ ਕੁੜੀ ਦੇ ਨਾਲ ਵਿਆਹ ਕਰ ਲੈਣਾ ਹੈ, ਜਾਂ ਮੈਂ ਫਲਾਨੇ ਮੁੰਡੇ ਨਾਲ ਵਿਆਹ ਕਰ ਲੈਣਾ ਹੈ, ਉਹ ਮੇਰੇ ਵਿਸ਼ਵਾਸ ਨੂੰ ਦੇਖ ਕੇ ਪ੍ਰਭੂ ਵਿੱਚ ਆ ਜਾਏਗਾ। ਤੁਹਾਨੂੰ ਪਤਾ ਹੈ ਬਚਾਉਣ ਵਾਲਾ ਕੌਣ ਹੈ? ਪਰਮੇਸ਼ਰ। ਤੁਸੀਂ ਨਹੀਂ ਕਿਸੇ ਨੂੰ ਬਚਾ ਸਕਦੇ। ਜੇ ਤੁਸੀਂ ਇਸ ਸੋਚ ਦੇ ਨਾਲ ਪਵਿੱਤਰਤਾ ਨੂੰ ਅਪਵਿੱਤਰਤਾ ਦੇ ਨਾਲ ਮਿਲਾ ਕੇ ਆਪਣਾ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਸੀਂ ਜ਼ਰੂਰ ਆਪਣਾ ਵਿਨਾਸ਼ ਕਰੋਗੇ। ਜਿਸ ਤਰ੍ਹਾਂ ਰਾਜਾ ਆਹਾਬ ਨੇ ਰਾਣੀ ਐਲਿਜ਼ਬeth ਦੇ ਨਾਲ ਵਿਆਹ ਕੀਤਾ ਅਤੇ ਉਸ ਨੇ ਉਸ ਰਾਜ ਦੇ ਵਿੱਚ ਇੰਨੇ ਮੰਦਰ ਬਣਾ ਦਿੱਤੇ ਅਤੇ ਪਰਮੇਸ਼ਵਰ ਦਾ ਕ੍ਰੋਧ ਉਸ ਉੱਤੇ ਛਾਇਆ, ਤੇ ਪਰਮੇਸ਼ਵਰ ਨੇ ਉਸ ਦੇ ਮਾਸ, ਉਹਨਾਂ ਦੇ ਸਰੀਰਾਂ ਨੂੰ ਅਜਿਹਾ ਤੋੜ ਦਿੱਤਾ ਕਿ ਉਹਨਾਂ ਦੇ ਸਰੀਰਾਂ ਨੂੰ
ਇੱਲਾਂ ਅਤੇ ਕੁੱਤਿਆਂ ਨੇ ਉਹਨਾਂ ਦੇ ਸਰੀਰਾਂ ਨੂੰ ਪਾੜ ਕੇ ਖਾਧਾ। ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਗਲਤ ਰੀਤੀ ਦੇ ਨਾਲ, ਗਲਤ ਤਰੀਕੇ ਦੇ ਨਾਲ ਚੱਲ ਕੇ ਕ੍ਰੋਧ ਨਾ ਦਿਵਾਓ। ਤੁਸੀਂ ਪਰਮੇਸ਼ਰ ਦੀ ਚੁਣੀ ਹੋਈ ਸੰਤਾਨ। ਤੁਸੀਂ ਇਹ ਨਾ ਸੋਚੋ ਕਿ ਮੇਰੇ ਜੀਵਨ ਦੇ ਵਿੱਚ ਕੋਈ ਵੀ ਚੀਜ਼ ਮੈਨੂੰ ਮਿਲ ਨਹੀਂ ਸਕਦੀ ਹੈ। ਮਿਲ ਸਕਦੀ ਹੈ। ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਪਹਿਲੇ ਤੁਸੀਂ ਉਹਦੇ ਧਰਮ ਅਤੇ ਰਾਜ ਦੀ ਖੋਜ ਕਰੋ, ਇਹ ਵਸਤਾਂ ਤੁਹਾਨੂੰ ਮਿਲ ਜਾਣਗੀਆਂ। ਪਰ ਅਸੀਂ ਉਹ ਖੋਜ ਨਹੀਂ ਕਰਦੇ ਹਾਂ। ਪਰਮੇਸ਼ਰ ਨੂੰ ਚਾਹੁੰਦਾ ਕੀ ਹੈ, ਪਰਮੇਸ਼ਰ ਨੂੰ ਭਾਉਂਦਾ ਕੀ ਹੈ, ਪਰਮੇਸ਼ਰ ਦੀ ਮੇਰੇ ਜੀਵਨ ਦੇ ਵਿੱਚ ਇੱਛਾ ਕੀ ਹੈ, ਪਰਮੇਸ਼ਰ ਨੇ ਮੇਰੇ ਜੀਵਨ 'ਚ ਮੇਰੇ ਲਈ ਕੀ ਯੋਜਨਾ ਤਿਆਰ ਕੀਤੀ ਹੈ, ਇਹ ਅਸੀਂ ਪਰਮੇਸ਼ਰ ਕੋਲ ਜਾ ਕੇ ਉਹਦੇ ਕੋਲ ਬੈਠ ਕੇ ਪੁੱਛਦੇ ਨਹੀਂ। ਅਸੀਂ ਆਪਣੀਆਂ ਮਰਜ਼ੀਆਂ ਨਾਲ ਆਪਣੀਆਂ ਯੋਜਨਾ ਨੂੰ ਅੰਜਾਮ ਦੇਣ ਦੇ ਲਈ ਤੁਰੇ ਹਾਂ, ਜਿਹਦੇ ਵਿੱਚ ਅਸੀਂ ਡਿੱਗ ਜਾਂਦੇ ਹਾਂ। ਕੋਈ ਕੰਮ ਕਰਨ ਤੋਂ ਪਹਿਲਾਂ, ਕਿਸੇ ਤਰ੍ਹਾਂ ਦਾ ਵੀ ਕਾਰਜ ਕਰਨ ਤੋਂ ਪਹਿਲਾਂ ਅਸੀਂ ਪਰਮੇਸ਼ਰ ਕੋਲ ਸਲਾਹ ਨਹੀਂ ਲੈਂਦੇ, ਸੰਸਾਰ ਦੇ ਲੋਕਾਂ ਕੋਲੋਂ ਸਲਾਹ ਲੈਂਦੇ ਹਾਂ ਤੇ ਅਸੀਂ ਡਿੱਗ ਜਾਂਦੇ ਹਾਂ। ਇਸ ਲਈ ਪੂਰਨ ਰੀਤੀ ਨਾਲ ਵਿਸ਼ਵਾਸੀ ਨੂੰ ਅਵਿਸ਼ਵਾਸੀ ਤੋਂ ਅਲੱਗ ਹੋ ਕੇ ਪਰਮੇਸ਼ਰ ਦੇ ਵਚਨ ਨਾਲ, ਪਰਮੇਸ਼ਰ ਦੇ ਲੋਕਾਂ ਨਾਲ ਜੀਵਨ ਬਿਤਾਉਣ ਦੀ ਜ਼ਰੂਰਤ ਹੈ, ਜਿਸ ਨਾਲ ਪਰਮੇਸ਼ਰ ਉਹਨਾਂ ਨੂੰ ਆਸ਼ੀਸ਼ਿਤ ਕਰ ਸਕਦਾ ਹੈ। ਇਸ ਲਈ ਇੱਥੇ ਜੋ ਬਿਲਾਮ ਨੇ ਇਸਰਾਈਲੀਆਂ ਦੇ ਨਾਲ ਧੋਖੇ ਦੇ ਨਾਲ ਕੰਮ ਕੀਤਾ, ਵਿਆਹ ਕਰਵਾਏ, ਮੂਰਤੀ ਪੂਜਾ ਉਹਨਾਂ ਦੇ ਵਿੱਚ ਲਿਆਂਦੀ, ਉਹਨਾਂ ਦੇ ਜੀਵਨ ਨਾਸ਼ ਹੋ ਗਏ ਔਰ ਪਰਮੇਸ਼ਰ ਦਾ ਕ੍ਰੋਧ ਉਹਨਾਂ ਉੱਤੇ ਪੈ ਗਿਆ। ਇਸ ਲਈ ਅਸੀਂ ਨਹੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਵਿਸ਼ਵਾਸੀ ਭਾਈ ਭੈਣ ਹੈ ਉਹ ਸੰਸਾਰ ਦੇ ਲੋਕਾਂ ਦੇ ਨਾਲ ਮਿਲ ਕੇ ਸੰਸਾਰ ਜਿਹੇ ਕੰਮ ਕਰ। ਪਰਮੇਸ਼ਰ ਪਵਿੱਤਰ ਹੈ ਤੇ ਉਹ ਚਾਹੁੰਦਾ ਹੈ ਕਿ ਕੀ ਚਾਹੁੰਦਾ ਹੈ ਪਰਮੇਸ਼ਰ? ਮੈਂ ਆਪ ਦੇ ਲਈ ਪਹਿਲਾ ਪਤਰਸ 1 ਅਧਿਆਏ ਉਸ ਦੀ 15 ਆਇਤ ਨੂੰ ਆਪ ਦੇ ਲਈ ਪੜ੍ਹ ਰਿਹਾ ਹਾਂ। ਪਹਿਲਾ ਪਤਰਸ ਉਹਦਾ 1 ਅਧਿਆਏ ਉਸ ਦੀ 15 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਕਹਿੰਦਾ ਹੈ, ਸਗੋਂ ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਸਾਰੀ ਚਾਲ ਚੱਲਣ ਵਿੱਚ ਪਵਿੱਤਰ ਬਣੋ। ਪਰਮੇਸ਼ਰ ਇਹ ਚਾਹੁੰਦਾ ਹੈ ਕਿਉਂਕਿ ਆਪ ਪਵਿੱਤਰ ਹੈ। ਕਹਿੰਦਾ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ, ਤਾਂ ਉਹ ਚਾਹੁੰਦਾ ਹੈ ਕਿ ਤੁਸੀਂ ਸਾਰੀ ਚਾਲ ਵਿੱਚ ਪਵਿੱਤਰ ਬਣੋ, ਤਾਂ ਉਹਦਾ ਪ੍ਰਤੀਫਲ ਸਾਡੇ ਜੀਵਨ ਦੇ ਵਿੱਚ ਆਏਗਾ। ਅਬਰਾਹਮ ਨੇ ਆਪਣਾ ਜੀਵਨ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬਤੀਤ ਕੀਤਾ ਤੇ ਪਰਮੇਸ਼ਰ ਨੇ ਉਹਦੇ ਜੀਵਨ 'ਚ ਕਮੀ ਕੋਈ ਨਹੀਂ ਰੱਖੀ ਹੈ। ਉਹਨੂੰ ਉਹ ਆਸ਼ੀਸ਼ਾਂ ਦਿੱਤੀਆਂ ਹੈ ਜਿਹੜੀਆਂ ਆਸ਼ੀਸ਼ਾਂ ਅਸੀਂ ਅੱਜ ਜਦੋਂ ਵਿਸ਼ਵਾਸ ਕਰਕੇ ਚੱਲਦੇ ਹਾਂ ਵੇਖ ਸਕਦੇ ਹਾਂ। ਉਹ ਆਸ਼ਾਂ ਦਿੱਤੀਆਂ ਜਿਹੜੀਆਂ ਅਬਰਾਹਮ ਨੇ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਜੀਵਨ ਦੇ ਵਿੱਚ ਮੈਨੂੰ ਮਿਲਣਗੀਆਂ, ਪਰ ਉਹ ਵਫਾਦਾਰੀ ਨਾਲ ਪਰਮੇਸ਼ਰ ਦੇ ਪਿੱਛੇ ਚੱਲਦਾ ਰਿਹਾ। ਉਸਨੇ ਕਦੇ ਵੀ ਸੰਸਾਰ ਦੇ ਨਾਲ ਮਿੱਤਰਤਾ ਨਹੀਂ ਕੀਤੀ ਹੈ, ਨਾ ਉਹਨਾਂ ਨਾਲ ਮਿੱਤਰਤਾ ਦੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਪਰਮੇਸ਼ਰ ਨੇ ਉਸ ਨੂੰ ਬਲੈਸ ਕੀਤਾ ਹੈ। ਉਹ ਪਰਮੇਸ਼ਰ ਦੇ ਵਿੱਚ ਬੜੀ ਸਾਦਗੀ ਦੇ ਨਾਲ ਚੱਲਿਆ, ਤੰਬੂਆਂ ਦੇ ਵਿੱਚ ਰਿਹਾ ਅਤੇ ਪਰਮੇਸ਼ਰ ਦੀ ਭਗਤੀ ਕਰਦਾ ਰਿਹਾ ਔਰ ਪਰਮੇਸ਼ਰ ਉਸ ਨੂੰ ਵਧਾਉਂਦਾ ਗਿਆ। ਲੂਤ ਨੇ ਉਸ ਤੋਂ ਅਲੱਗ ਕਰਕੇ ਆਪਣੇ ਆਪ ਨੂੰ ਸੈਪਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਪਣਾ ਪਾਪ ਦੇ ਵਿੱਚ ਡਿੱਗ ਗਿਆ ਅਤੇ ਉਸ ਦਾ ਸਾਰਾ ਨਗਰ ਤਬਾਹ ਹੋ ਗਿਆ ਅਤੇ ਉਹ ਪਾਪ ਦੇ ਵੰਸ਼ ਵਿੱਚ ਚਲਾ ਗਿਆ। ਮਤਲਬ ਕਿ ਪਰਮੇਸ਼ਰ ਨੇ ਉਹਨੂੰ ਕੀ ਨਾਮ ਦਿੱਤਾ? ਮੋਆਬ। ਮੋਆਬ ਦਾ ਮਤਲਬ ਹੈ ਪਾਪ ਦਾ ਬੀਜ। ਅਸੀਂ ਪਾਪ ਦੇ ਬੀਜ ਨਹੀਂ ਬਣਨਾ ਹੈ, ਅਸੀਂ ਪਰਮੇਸ਼ਰ ਦੀ ਪਵਿੱਤਰਤਾ ਦੇ ਬੀਜ ਬਣ ਕੇ ਇਸ ਸੰਸਾਰ ਦੇ ਵਿੱਚ ਇੱਕ ਅਲਗਾਵ ਦਾ ਜੀਵਨ ਬਤੀਤ ਕਰਦੇ ਹੋਏ ਪਰਮੇਸ਼ਰ ਪੁੱਤਰ ਦੇ ਨਾਲ ਜਾਣਾ ਹੈ, ਜਿੱਥੇ ਉਹ ਪਵਿੱਤਰਤਾ ਦੇ ਵਿੱਚ ਰਾਜ ਕਰਦਾ ਹੈ। ਅਸੀਂ ਉਸ ਪਵਿੱਤਰਤਾ ਦੇ ਲਈ ਚੁਣੇ ਗਏ ਹਾਂ। ਅੰਤਿਮ ਗੱਲ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਕ ਬਾਲਕ ਮੇਰੇ ਕੋਲ ਆਇਆ ਅਤੇ ਉਸਨੇ ਮੇਰੇ ਤੋਂ ਪੈਸੇ ਮੰਗੇ। ਮੈਂ ਪੁੱਛਿਆ, ਤੈਨੂੰ ਕਿਸ ਲਈ ਚਾਹੀਦੇ ਹਨ? ਉਸਨੇ ਕਿਹਾ, ਮੈਂ ਲਾਟਰੀ ਲੈ ਕੇ ਆਣੀ ਹੈ। ਲਾਟਰੀਆਂ ਹੁੰਦੀਆਂ ਨਾ ਛੋਟੀਆਂ ਛੋਟੀਆਂ, ਉਹ ਲਾਟਰੀ ਲੈ ਕੇ ਆਣੀ। ਔਰ ਮੈਂ ਕਿਹਾ, ਠੀਕ ਹੈ, ਪੈਸਿਆਂ ਦੇ ਲਈ ਪ੍ਰਾਰਥਨਾ ਕਰ, ਪੈਸਿਆਂ ਦੇ ਲਈ ਪ੍ਰਾਰਥਨਾ ਕਰ। ਔਰ ਜਦੋਂ ਤੂੰ ਪ੍ਰਾਰਥਨਾ ਕਰਨੀ ਹੈ ਤਾਂ ਪ੍ਰਾਰਥਨਾ ਕੀ ਕਰਨੀ ਹੈ?
ਉਸਨੇ ਕਿਹਾ ਮੇਰੀ ਜੀਭ ਉਸ ਗੱਲ ਦੇ ਲਈ ਗਲਤ ਹੈ, ਕਿਵੇਂ ਪ੍ਰਾਰਥਨਾ ਕਰ ਸਕਦੀ ਹੈ। ਉਹ ਛੋਟਾ ਬਾਲਕ ਸੀ। ਉਸਨੇ ਮੈਂ ਕਿਹਾ ਇਹ ਪ੍ਰਾਰਥਨਾ ਕਰ ਪ੍ਰਭੂ, ਮੈਨੂੰ ਇਸ ਲਾਟਰੀ ਦੇ ਵਿੱਚ ਆਪ ਦੀ ਇੱਛਾ ਨੂੰ ਪ੍ਰਗਟ ਕਰਨ ਦੇ ਲਈ ਮਦਦ ਕਰ। ਪਰਮੇਸ਼ਰ ਦੀ ਇੱਛਾ ਲਾਟਰੀ ਦੇ ਨਾਲ ਨਹੀਂ ਹੈ। ਮੈਂ ਕਈ ਵਿਸ਼ਵਾਸੀਆਂ ਨੂੰ ਲਾਟਰੀ ਪਾਉਂਦੇ ਵੀ ਦੇਖਿਆ ਹੈ। ਲਾਟਰੀ ਇੱਕ ਜੂਆ ਹੈ ਔਰ ਪਰਮੇਸ਼ਵਰ ਨੇ ਇਹ ਜੂਆ ਚੁੱਕ ਕੇ ਸਲੀਬ ਦੇ ਉੱਤੇ ਮੈਨੂੰ ਆਪਣਾ ਜੀਵਨ ਦੇ ਦਿੱਤਾ। ਅਸੀਂ ਹਜੇ ਵੀ ਉਸ ਲਾਟਰੀ ਦੇ ਪਿੱਛੇ ਜਾ ਰਹੇ ਹਾਂ। ਅਸੀਂ ਦਿਨੋਂ ਦਿਨ ਆਪਣਾ ਰਾਜਾ ਬਣਨਾ ਚਾਹੁੰਦੇ ਹਾਂ। ਜੇ ਪਰਮੇਸ਼ਵਰ ਰਾਜਾ ਬਣਾਵੇ ਤਾਂ ਉਹਨੂੰ ਕੋਈ ਲਾ ਨਹੀਂ ਸਕਦਾ। ਜੇ ਪਰਮੇਸ਼ਵਰ ਕਿਸੇ ਨੂੰ ਕੂੜੇ ਦੇ ਢੇਰ 'ਚ ਬਿਠਾ ਦੇਵੇ ਤਾਂ ਉਹਨੂੰ ਕੋਈ ਉਠਾ ਨਹੀਂ ਸਕਦਾ। ਪਰਮੇਸ਼ਵਰ ਨੇ ਰਾਜਾ ਦਾਊਦ ਨੂੰ ਕੂੜੇ ਦੇ ਢੇਰ 'ਚ ਚੱਕ ਕੇ ਰਾਜਾ ਬਣਾਇਆ ਹੈ। ਯੂਸਫ ਨੂੰ ਉਸ ਗੱਡੇ ਦੇ ਵਿੱਚੋਂ ਚੁੱਕ ਕੇ ਉਸਨੇ ਮਿਸਰ ਦਾ ਪ੍ਰਧਾਨ ਮੰਤਰੀ ਬਣਾਇਆ ਹੈ। ਪਿਆਰੋ, ਪਰਮੇਸ਼ਵਰ ਨੂੰ ਜਿਹੜਾ ਦੇਖਦਾ ਹੈ, ਸੰਸਾਰ ਤੋਂ ਅਲੱਗ ਕਰਕੇ ਜੀਵਨ ਬਤੀਤ ਕਰਦਾ ਹੈ, ਉਸ ਨੂੰ ਪਰਮੇਸ਼ਵਰ ਆਪਣੀਆਂ ਸਵਰਗੀ ਆਸ਼ਾ ਨਾਲ ਭਰਪੂਰੀ ਦੇ ਦਿੰਦਾ ਹੈ। ਉਹ ਕਦੇ ਵੀ ਆਪਣੇ ਜੀਵਨ 'ਚ ਨਾ ਡਿੱਗਦਾ, ਨਾ ਕਦੇ ਨਾਸ਼ ਹੁੰਦਾ। ਇਸ ਲਈ ਤੁਸੀਂ ਆਪਣੇ ਜੀਵਨ ਨੂੰ ਇਸ ਸੰਸਾਰ ਤੋਂ ਅਲੱਗਤਾਈ ਦਾ ਜੀਵਨ ਬਤੀਤ ਕਰੋ ਅਤੇ ਪਰਮੇਸ਼ਰ ਦੀ ਮਹਿਮਾ ਕਰੋ, ਤਾਂ ਪਰਮੇਸ਼ਰ ਤੁਹਾਨੂੰ ਆਪਣੀਆਂ ਆਸ਼ਾ ਦੇ ਨਾਲ ਭਰਪੂਰ ਕਰੇਗਾ ਅਤੇ ਆਤਮਿਕ ਸ਼ਾਂਤੀ ਦੇ ਨਾਲ ਤੁਹਾਨੂੰ ਤ੍ਰਿਪਤ ਕਰੇਗਾ, ਤਾਂ ਕਿ ਤੁਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ, ਉਹਦੀ ਆਮਦ ਦੇ ਵਿੱਚ ਦਿਨ ਪ੍ਰਤੀ ਦਿਨ ਵਾਧੇ ਹੋਏ ਪਰਮੇਸ਼ਰ ਦੇ ਨਾਲ ਜਾ ਮਿਲੋ। ਅਜਿਹਾ ਪਰਮੇਸ਼ਰ ਚਾਹੁੰਦਾ। ਇਸ ਲਈ ਇੱਕ ਵਿਸ਼ਵਾਸੀ ਨੂੰ ਇਸ ਦੁਨੀਆ ਦੇ ਵਿੱਚ ਅਲੱਗਤਾਈ ਦਾ ਜੀਵਨ ਬਤੀਤ ਕਰਨਾ ਹੈ, ਤਾਂ ਕਿ ਉਹ ਪਰਮੇਸ਼ਰ ਦੀ ਮਹਿਮਾ ਨੂੰ ਆਪਣੇ ਜੀਵਨ ਵਿੱਚ ਵੇਖ ਸਕੇ ਅਤੇ ਕਰ ਸਕੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ।